Today we will start section C for extensive studies. In extensive studies there are the stories. Today we will read the story, the first story, An Astrologer's Day by R.K. Narayan. प्यारे विद्यार्थियों, R.K. Narayan इंडियन राइटर है इंग्लिश ਦੇ ਵਿੱਚ। ਇਸ ਦੀਆਂ ਬਹੁਤ ਸਾਰੇ ਸੀਰੀਅਲਸ ਜਿਹੜੇ ਬੜੇ ਪਪੂਲਰ ਹੋਏ, ਜਿੱਦਾਂ ਟੀਵੀ ਤੇ ਤੁਸੀਂ ਗਾਈਡ ਦੇਖਦੇ ਸੀ, ਮਾਲਗੁੱਡੀ ਡੇਜ਼ ਦੇਖਦੇ ਸੀ। ਇਹ ਇਹਨਾਂ ਦੀ ਸਟੋਰੀ ਤੇ ਆਧਾਰਿਤ ਸੀ। ਇਹਨਾਂ ਨੂੰ ਪਦਮ ਭੂਸ਼ਣ ਵੀ ਮਿਲਿਆ ਹੋਇਆ। ਇਹਨਾਂ ਨੇ ਇੰਡੀਆ ਤੇ ਬਹੁਤ ਅੱਛੀਆਂ ਸਟੋਰੀਜ਼ ਲਿਖੀਆਂ ਨੇ ਕਿਉਂਕਿ ਹੀ ਵਾਸ ਫਰੋਮ ਦਾ ਰੂਟਸ ਆਫ ਇੰਡੀਆ। ਅੱਜ ਜਿਹੜੀ ਅਸੀਂ ਕਹਾਣੀ ਪੜ੍ਹ ਰਹੇ ਹਾਂ, ਐਨ ਐਸਟਰੋਲੋਜਰਸ ਡੇ। ਐਸਟਰੋਲੋਜਰ ਤੁਹਾਨੂੰ ਪਤਾ ਹੈ ਜੋਤਸ਼ੀ ਨੂੰ ਕਿਹਾ ਜਾਂਦਾ। ਇੱਕ ਜੋਤਸ਼ੀ ਦਾ ਇੱਕ ਦਿਨ, ਇਹ ਕਹਾਣੀ ਹੈ। ਹੁਣ ਅਸੀਂ ਇਹਦੀ ਕਹਾਣੀ ਦੇ ਨਾਲ ਨਾਲ ਤੁਹਾਨੂੰ ਮੈਂ ਦੱਸੀ ਵੀ ਜਾਵਾਂਗੀ, ਇਹਦੇ ਕੁਐਰੀਜ਼ ਵੀ ਨਾਲੋਂ ਨਾਲ ਹੀ ਚੱਲਣਗੀਆਂ। ਜਦੋਂ ਕਹਾਣੀ ਸਟਾਰਟ ਹੁੰਦੀ ਹੈ, ਪੰਕਚੁਅਲੀ ਐਟ ਦਾ ਮਿਡ ਡੇ ਹੀ ਓਪਨਡ ਹਿਜ਼ ਬੈਗ ਐਂਡ ਸਪਰੈਡ ਆਊਟ ਪ੍ਰੋਫੈਸ਼ਨਲ ਇਕਵਿਪਮੈਂਟ। ਦੁਪਹਿਰ ਵੇਲੇ ਉਹ ਆਪਣਾ ਸਾਰਾ ਕੁਝ ਵਿਛਾ ਦਿੰਦਾ ਅਤੇ ਨਾਲ ਉਹਦੇ ਜਿਹੜੀ ਕਿੱਤੇ ਨਾਲ ਸੰਬੰਧਿਤ ਚੀਜ਼ਾਂ ਵੀ ਵਿਛਾ ਕੇ ਰੱਖ ਦਿੰਦਾ। ਉਹਦੇ ਵਿੱਚ ਕੀ ਸੀ, ਵਿਚ ਕੰਸਿਸਟਡ ਆਫ ਅ ਡਜ਼ਨ ਕਵਰੀ ਸ਼ੈਲਸ। ਉਹਦੇ ਵਿੱਚ ਕੌਡੀਆਂ ਹੁੰਦੀਆਂ, ਦਰਜਨ ਕੌਡੀਆਂ। ਇਹ ਸਕੁਅਰ ਪੀਸ ਆਫ ਕਲੋਥ ਵਿਦ ਆਬਸਕਿਓਰ ਮਿਸਟਿਕ ਚਾਰਟ ਔਨ ਇਟ। ਉਹਦੇ 'ਤੇ ਕੁਛ ਵਾਇਆ ਹੁੰਦਾ ਸੀ, ਕੁਛ ਲਿਕਾਂ ਲੱਗੀਆਂ ਹੁੰਦੀਆਂ ਸੀ, ਬੜਾ ਰੂਹਾਨੀਅਤ ਵਾਲਾ ਉਹ ਪ੍ਰਭਾਵ ਦੇਣ ਨੂੰ ਰੱਖਿਆ ਹੋਇਆ ਸੀ। ਇਹ ਨੋਟਬੁੱਕ ਐਂਡ ਅ ਬੰਡਲ ਆਫ ਪਲਮਾਇਰਾ ਰਾਈਟਿੰਗਸ, ਭੋਜਪੁਰੀ ਪੱਤਰ ਉਹਨੇ ਰੱਖੇ ਹੁੰਦੇ। ਹਿਜ਼ ਫੋਰਹੈਡ ਵਾਜ਼ ਰੈਸਪਲੀਟੈਂਡ ਵਿਦ ਸੈਕਰਡ ਐਸ਼ ਐਂਡ ਵਰਮਿਲੀਅਨ। ਵਰਮਿਲੀਅਨ ਹੁੰਦਾ ਸੰਧੂਰ, ਐਸ਼ ਹੁੰਦੀ ਸਵਾਹ। ਉਹਨੇ ਥੋੜ੍ਹੀ ਜਿਹੀ ਰਾਖ ਅਤੇ ਥੋੜ੍ਹਾ ਜਿਹਾ ਸੰਧੂਰ ਆਪਣੇ ਮੱਥੇ 'ਤੇ ਮਲਿਆ ਹੁੰਦਾ। ਤੁਹਾਡਾ ਇਹ ਕਹਾਣੀ ਨਾਲੋਂ ਨਾਲ ਮੈਂ ਸ਼ੁਰੂ ਕਰ ਦਿੰਦੀ ਹਾਂ। ਐਂਡ ਹਿਜ਼ ਪੇਜ ਨੰਬਰ 128 ਆਈਜ਼ ਸਪਾਰਕਡ ਵਿਦ ਸ਼ਾਰਪ ਐਬਨੋਰਮਲ ਗਲੀਮ ਵਿਚ ਵਾਜ਼ ਰੀਅਲੀ ਐਨ ਆਊਟਕਮ ਆਫ ਕੰਟੀਨਿਊਅਲ ਸਰਚਿੰਗ ਲੁੱਕ ਫॉर ਕਸਟਮਰਸ। ਉਹ ਆਪਣੇ ਕਸਟਮਰਸ ਦੀ ਭਾਲ ਵਿੱਚ ਲੱਗ ਜਾਂਦਾ। ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਸਾਰੀ ਸਟੋਰੀ ਸਮਝਾ ਦੇਵਾਂ ਤਾਂ ਕਿ ਤੁਹਾਡਾ ਲਿੰਕ ਬਣ ਜਾਵੇ। ਇਸ ਕਹਾਣੀ ਦੇ ਵਿੱਚ ਇੱਕ ਐਸਟਰੋਲੋਜਰ ਹੁੰਦਾ, ਜਿੱਦਾਂ ਤੁਹਾਨੂੰ ਨਾਲ ਹੀ ਮੈਂ ਦੱਸ ਦਿੰਦੀ ਹਾਂ। ਕਹਾਣੀ ਦਾ ਨਾਂ ਹੈਗਾ ਐਨ ਐਸਟਰੋਲੋਜਰਸ ਡੇ। R.K. ਨਰਾਇਣ ਦੀ ਕਹਾਣੀ ਹੈਗੀ ਹੈ। ਅਤੇ ਜਿਹੜਾ ਇਹਦੇ ਵਿੱਚ ਸਟੋਰੀ ਦੇ ਵਿੱਚ ਇੱਕ ਸਾਡਾ ਨਾਇਕ ਹੈਗਾ, ਹੀ ਇਜ਼ ਸਨ ਆਫ ਫਾਰਮਰ। ਉਹਦਾ ਜਿਹੜੇ ਫਾਦਰ ਹੈ, ਉਹਦਾ ਜੱਦੀ ਪੁਸ਼ਤੀ ਜਿਹੜਾ ਕਿੱਤਾ ਹੈਗਾ ਉਹ ਖੇਤੀਬਾੜੀ ਹੈਗਾ। ਹੀ ਬਿਲੋਂਗਸ ਟੂ ਅ ਵਿਲੇਜ, ਉਹ ਇੱਕ ਪਿੰਡ ਦੇ ਨਾਲ ਸੰਬੰਧਿਤ ਹੈਗਾ। ਐਂਡ ਹੀ ਵਾਜ਼ ਸਿਲੀ ਯੂਥ। ਜਦੋਂ ਇਹ ਜਵਾਨੀ ਵਿੱਚ ਸੀ, ਇਹ ਬੜਾ ਮੂਰਖ ਜਵਾਨ ਮੁੰਡਾ ਸੀ। ਗੈਂਬਲਿੰਗ ਕਰਦਾ ਸੀ, ਸ਼ਰਾਬ ਪੀਂਦਾ ਸੀ। ਸ਼ਰਾਬ ਪੀ ਕੇ ਇੱਕ ਮੁੰਡੇ ਨਾਲ ਲੜ ਪੈਂਦਾ ਅਤੇ ਉਹਦਾ ਕਤਲ ਕਰ ਦਿੰਦਾ। ਕਤਲ ਕਰਕੇ ਉਹਨੂੰ ਖੂਹ ਵਿੱਚ ਸੁੱਟ ਦਿੰਦਾ। ਫਿਰ ਹੁਣ ਇਹਨੂੰ ਪਤਾ ਹੈ ਕਿ ਮੈਨੂੰ ਪੁਲਿਸ ਨੇ ਫੜਨ ਆ ਜਾਣਾ, ਅਤੇ ਇਹ ਪੁਲਿਸ ਤੋਂ ਬਚਦਾ ਬਚਾਉਂਦਾ ਦੂਰ ਇੱਕ ਸ਼ਹਿਰ ਦੇ ਵਿੱਚ ਆ ਕੇ ਡੇਰਾ ਲਾ ਲੈਂਦਾ। ਅਤੇ ਜਿੱਥੇ ਉਹ ਡੇਰਾ ਲਾ ਲੈਂਦਾ ਆ, ਉੱਥੇ ਹੁਣ ਉਹਦੇ ਕੋਲ ਕਰਨ ਨੂੰ ਕੁਛ ਨਹੀਂ, ਕਿਉਂਕਿ ਕੰਮ ਉਹਨੂੰ ਆਉਂਦਾ ਨਹੀਂ ਗਾ, ਬਹੁਤੇ ਕੰਮ ਉਹ ਜਾਣਦਾ ਨਹੀਂ ਹੈਗਾ। ਇਸ ਕਰਕੇ ਉਹਨੇ ਇਹ ਸੋਚਿਆ ਕਿ ਸਭ ਤੋਂ ਸੌਖਾ ਤਰੀਕਾ ਹੈਗਾ ਕਿ ਇੱਕ ਐਸਟਰੋਲੋਜਰ ਬਣ ਜਾਓ। ਉਸ ਨੂੰ ਆਉਂਦਾ ਤਾਂ ਕੁਛ ਨਹੀਂ। ਉਹ ਜਿਹੜਾ ਉਹਦੇ ਕੋਲ ਕਸਟਮਰ ਆਉਂਦਾ ਨਾ, ਪਹਿਲਾਂ ਉਹਦੇ ਆਲੇ ਦੁਆਲੇ ਦਾ ਸੀਨ ਹੈ। ਜਿਸ ਉਹ ਰੋਡ ਸਾਈਡ 'ਤੇ ਬੈਠਾ ਹੈਗਾ, ਉੱਥੇ ਕੀ ਹੈਗਾ, ਹੀ ਸੈਟ ਅੰਡਰ ਏ ਟਰੀ। ਉਹ ਇੱਕ ਰੁੱਖ ਥੱਲੇ ਬੈਠ ਜਾਂਦਾ। ਔਨ ਏ ਪਬਲਿਕ ਰੋਡ, ਆਮ ਆਉਂਦੀ ਜਾਂਦੀ ਸੜਕ ਦੇ ਉੱਤੇ। ਦੇਅਰ ਵਰ ਅਲਸੋ ਸ਼ਾਪਸ ਆਫ ਮੈਡੀਸਨ ਸੈਲਰ, ਉੱਥੇ ਦਵਾਈ ਦੀਆਂ ਦੁਕਾਨਾਂ ਵੀ ਨੇ। ਐਂਡ ਵੈਂਡਰਸ ਹੁੰਦੇ ਨੇ ਹੋਕਾ ਦੇਣ ਵਾਲੇ, ਫੇਰੀ ਦੇਣ ਵਾਲੇ। ਉੱਥੇ ਜਿਹੜੇ ਵੈਂਡਰਸ ਖੜੇ ਹੁੰਦੇ ਨੇ, ਇੱਕ ਤਾਂ ਮੂੰਗਫਲੀ ਵੇਚਦਾ ਹੈਗਾ। ਮੂੰਗਫਲੀ ਵੇਚਣ ਵਾਲਾ ਹੋਕਾ ਦਿੰਦਾ ਕਿ ਪਹਿਲੇ ਦਿਨ ਉਹ ਕਹਿੰਦਾ ਕਿ ਲੈ ਲਓ ਜੀ, ਲੈ ਲਓ ਬੰਬੇ ਦੀ ਆਈਸ ਕ੍ਰੀਮ ਲੈ ਲਓ। ਪਹਿਲਾਂ ਆਪਣੀ ਜਿਹੜੀ ਮੂੰਗਫਲੀ ਹੈ, ਗਰਾਊਂਡ ਨਟ ਹੈਗਾ, ਉਹਨੂੰ ਬੰਬੇ ਦੀ ਆਈਸ ਕ੍ਰੀਮ ਕਹਿੰਦਾ। ਔਨ ਦਾ ਵੈਰੀ ਨੈਕਸਟ ਡੇ ਉਹ ਕਹਿੰਦਾ ਦਿੱਲੀ ਦੇ ਬਦਾਮ ਲੈ ਲਓ, ਡੈਲੀ ਐਲਮੰਡਸ ਕਹਿੰਦਾ। ਤੀਜੇ ਦਿਨ ਉਹ ਕਹਿੰਦਾ ਰਾਜਿਆਂ ਦਾ ਭੋਜਨ ਛਕ ਲਓ, ਰਾਜਾਸ ਡੈਲੀਕੇਸੀ। ਬੇਟੇ ਇਸ ਕਰਕੇ ਦੱਸ ਰਹੀ ਹਾਂ ਕਿ ਤੁਹਾਡੇ ਕੁਐਸਚਨਸ ਇਹਦੇ ਨਾਲ ਬਹੁਤ ਰਿਲੇਟਡ ਨੇ। ਅਤੇ ਉਹ ਇਵੇਂ ਹੋਕਾ ਦਿੰਦਾ ਅਤੇ ਲੋਕ ਉੱਥੇ ਹੋਰ ਸ਼ੌਪ ਹੈ ਕਿ ਰਾਈਟਰ ਨੇ ਬੜਾ ਅੱਛਾ ਇੰਪਰੈਸ਼ਨ ਦਿੱਤਾ ਕਿ ਉਸ ਵੇਲੇ ਕਿੱਦਾਂ ਦੀਆਂ ਦੁਕਾਨਾਂ ਸੀ। ਇੱਕ ਜਿਹੜਾ ਸਟੋਲਨ ਗੁੱਡਸ ਹੈਗਾ, ਇੱਕ ਜਿਹੜੀਆਂ ਚੋਰੀ ਦੀਆਂ ਚੀਜ਼ਾਂ ਕਿਸੇ ਨੇ ਚੱਕੀਆਂ ਹੋਈਆਂ ਨਾ, ਉਹਦੀ ਇੱਕ ਦੁਕਾਨ ਲੱਗਦੀ ਆ ਉੱਥੇ ਇੱਕ ਉਹਦਾ ਸਟਾਲ ਜਿਹਾ ਲੱਗਿਆ। ਉੱਥੋਂ ਲੋਕ ਚੋਰੀ ਦੀਆਂ ਚੀਜ਼ਾਂ ਸਸਤੇ ਭਾਅ ਖਰੀਦਣ ਲਈ ਆਉਂਦੇ ਨੇ। ਇੱਕ ਉੱਥੇ ਜਾਦੂ ਦਿਖਾਉਣ ਵਾਲਾ ਮੈਜੀਸ਼ੀਅਨ ਜਿਹੜਾ ਆ, ਉਹ ਵੀ ਉਸੇ ਰੋਡ 'ਤੇ ਉਹਦੇ ਨਾਲ ਹੀ ਹੈਗਾ। ਅਤੇ ਜਿਹੜਾ ਹੈਗਾ ਆਈਸਕ੍ਰੀਮ ਆਪਣੇ ਗਰਾਊਂਡ ਨਟ ਵੇਚਣ ਵਾਲਾ, ਉਹਨੇ ਇੱਕ ਲੈਲਟਨ ਵੱਡੀ ਬਾਲੀ ਹੁੰਦੀ ਹੈ, ਉਹਦੀ ਰੋਸ਼ਨੀ ਹੀ ਉਹਨੂੰ ਕੰਮ ਦਿੰਦੀ ਹੈ ਜੇ ਉਹਨੂੰ ਸ਼ਾਮ ਪੈ ਜਾਵੇ। ਕੀ ਹੁੰਦਾ
कि ਉਹ ਇੱਦਾਂ ਹੋਕਾ ਦਿੰਦਾ ਅਤੇ ਲੋਕ ਆਉਂਦੇ ਨੇ, ਲੋਕੀ ਆਪਣੇ ਆ ਕੇ ਪ੍ਰੋਬਲਮਸ ਦੱਸਦੇ ਨੇ। ਕੋਈ ਕਹਿੰਦਾ ਮੇਰੀ ਇਹ ਪ੍ਰੋਬਲਮ ਹੈ, ਮੇਰੀ ਇਹ ਪ੍ਰੋਬਲਮ ਹੈ, ਅਤੇ ਉਹ ਕੀ ਕਰਦਾ ਹੈਗਾ, ਲੋਕਾਂ ਨੂੰ ਕਹਿੰਦਾ ਕਿ ਤੁਸੀਂ ਇਵੇਂ ਕਰੋ ਬੇਟੇ 129 ਪੇਜ ਦੇ ਨਾਲ ਹੀ ਕੰਸੈਂਟਰੇਟ ਕਰੋ। ਹੀ ਹੈਡ ਏ ਵਰਕਿੰਗ ਐਨਾਲਿਸਿਸ ਆਫ ਮੈਨਕਾਈਂਡਸ ਟਰਬਲਸ। ਉਹਨੂੰ ਪਤਾ ਲੋਕਾਂ ਦੀਆਂ ਟਰਬਲਸ ਕੀ ਹੋਣਗੀਆਂ, ਮੈਰਿਜ, ਵਿਆਹ ਦੀ ਪ੍ਰੋਬਲਮ ਹੋਏਗੀ, ਪੈਸੇ ਧੇਲੇ ਮਨੀ ਦੀ ਪ੍ਰੋਬਲਮ ਹੋਏਗੀ, ਐਂਡ ਟੈਂਗਲਸ ਆਫ ਹਿਊਮਨ ਟਾਈਜ਼, ਅਤੇ ਰਿਸ਼ਤੇਦਾਰਾਂ ਦੇ ਨਾਲ ਖੈਬੜੋ ਖੈਬੜੀ ਹੋਏਗੀ। ਲੌਂਗ ਪ੍ਰੈਕਟਿਸ ਹੈਜ਼ ਸ਼ਾਰਪਨਡ ਹਿਜ਼ ਪ੍ਰੀਸੈਪਸ਼ਨ। ਲੰਬਾ ਜਿਹੜਾ ਉਹ ਪ੍ਰੈਕਟਿਸ ਦੇ ਨਾਲ ਉਹਨੂੰ ਲੰਬੇ ਸਮੇਂ ਇੱਥੇ ਬਹਿ ਕੇ ਲੋਕਾਂ ਦੀਆਂ ਇਹਨਾਂ ਗੱਲਾਂ ਦਾ ਪਤਾ ਲੱਗ ਚੁੱਕਾ ਸੀ। ਵਿਦਨ 5 ਮਿੰਟਸ ਹੀ ਅੰਡਰਸਟੂਡ ਵਾਟ ਵਾਜ਼ ਰੋਂਗ। 5 ਮਿੰਟਾਂ ਵਿੱਚ ਉਹ ਸਮਝ ਆਉਂਦਾ ਕਿ ਕਹਾਣੀ ਕਿੱਥੇ ਖਰਾਬ ਹੈ। ਹੀ ਚਾਰਜਡ 3 ਪਾਈਸ ਪਰ ਕੁਐਸਚਨ। ਹਰ ਪ੍ਰਸ਼ਨ ਪੁੱਛਣ ਦੇ ਉਹ 3 ਪੈਸੇ ਲੈਂਦਾ। ਨੈਵਰ ਓਪਨਡ ਹਿਜ਼ ਮਾਊਥ ਟਿਲ ਦਾ ਅਦਰ ਹੈਡ ਸਪੋਕਨ ਫਾਰ ਐਟਲੀਸਟ 10 ਮਿੰਟਸ। ਉਹ ਉਦੋਂ ਤੱਕ ਆਪਣਾ ਮੂੰਹ ਨਾ ਖੋਲ੍ਹਦਾ ਜਦੋਂ ਤੱਕ ਮੋਢਲਾ ਵਿਅਕਤੀ ਉਸ ਨੂੰ 10 ਮਿੰਟ ਬੋਲ ਕੇ ਆਪਣੀ ਸਮੱਸਿਆ ਨਾ ਦੱਸ ਦਿੰਦਾ। ਵਿਚ ਪ੍ਰੋਵਾਈਡਡ ਹਿਮ ਇਨਫ ਸਟੱਫ ਫॉर ਡਜ਼ਨਸ ਆਨਸਰਸ ਐਂਡ ਐਡਵਾਈਜ਼ਸ। ਇਹਨਾਂ 10 ਮਿੰਟਾਂ ਦੇ ਸਿਰ 'ਤੇ ਹੀ ਉਹਨਾਂ ਨੂੰ ਕਈ ਸਲਾਹਾਂ ਦਿੰਦਾ ਅਤੇ ਕਈ ਸਵਾਲਾਂ ਦੇ ਜਵਾਬ, ਦਰਜਨ ਸਵਾਲਾਂ ਦੇ ਜਵਾਬ ਦੇ ਦਿੰਦਾ। ਵੈਨ ਵੀ ਟੋਲਡ ਦ ਪਰਸਨ ਬਿਫੋਰ ਹਿਮ ਗੇਜ਼ਿੰਗ ਐਟ ਹਿਜ਼ ਪਾਮ ਇਨ ਮੈਨੀ ਵੇਜ਼ ਯੂ ਆਰ ਨਾਟ ਗੈਟਿੰਗ ਫੁੱਲੈਸਟ ਰਿਜ਼ਲਟ ਫॉर ਯੂਅਰ ਐਫਰਟਸ। ਉਹ ਪਹਿਲੀ ਗੱਲ ਕਹਿੰਦਾ ਕਿ ਤੈਨੂੰ ਤੇਰੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। 9 ਆਊਟ ਆਫ 10 ਵਰ ਡਿਸਪੋਜ਼ ਟੂ ਐਗਰੀ ਵਿਦ ਹਿਮ। 10 ਵਿੱਚੋਂ 9 ਬੰਦੇ ਤਾਂ ਉਸ ਨੂੰ ਹਾਂ ਕਹਿ ਦਿੰਦੇ ਵੀ ਸਾਨੂੰ ਮਿਹਨਤ ਦਾ ਮੁੱਲ ਨਹੀਂ ਮਿਲਦਾ। ਔਰ ਹੀ ਕੁਐਸਚਨਡ, ਫਿਰ ਉਹ ਕੀ ਸਵਾਲ ਕਰਦਾ, ਇਜ਼ ਦੇਅਰ ਐਨੀ ਵੀਮਨ ਇਨ ਯੂਅਰ ਫੈਮਿਲੀ ਮੇ ਬੀ ਈਵਨ ਐਟ ਡਿਸਟੈਂਟ ਰਿਲੇਟਿਵ ਹੂ ਇਜ਼ ਨਾਟ ਵੈਲ ਡਿਸਪੋਜ਼ਡ ਟੂਵਰਡਸ ਯੂ। ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਇੱਦਾਂ ਦੀ ਜਨਾਨੀ ਹੈ ਜਿਹੜੀ ਤੁਹਾਡੇ ਨਾਲ ਈਰਖਾ ਕਰਦੀ ਹੈ, ਤੁਹਾਨੂੰ ਪਸੰਦ ਨਹੀਂ ਕਰਦੀ। ਔਰ ਗਿਵ ਐਨ ਐਨਾਲਿਸਿਸ ਆਫ ਕਰੈਕਟਰ। ਮੋਸਟ ਆਫ ਯੂਅਰ ਟਰਬਲਸ ਆਰ ਡਿਊ ਟੂ ਯੂਅਰ ਨੇਚਰ। ਫਿਰ ਉਹ ਕਹਿੰਦਾ ਥੋੜ੍ਹਾ ਆਪਣਾ ਸੁਭਾਅ ਬਦਲੋ। ਫਿਰ ਅੱਗੇ ਉਹ ਕਹਿੰਦਾ ਹਾਊ ਕੈਨ ਯੂ ਬੀ ਅਦਰਵਾਈਜ਼ ਵਿਦ ਸੈਚਰਨ ਵੇਅਰ ਇਜ਼ ਹੀ। ਕਹਿੰਦਾ ਸਾਰਾ ਕੁਝ ਸ਼ਨੀ ਕਰਕੇ ਹੋ ਰਿਹਾ, ਤੁਹਾਡੇ ਸ਼ਨੀ ਗ੍ਰਹਿ ਦਾ ਬਹੁਤ ਮਾੜਾ ਪ੍ਰਭਾਵ ਹੈ। You have an impetuous nature and rougher exterior. This endeared him to their hearts immediately, or for even the mildest of us loves to think that he has a forbidding exterior. The nut ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਦਿਨ ਉਹਦੇ ਕੋਲ ਇੱਕ ਅਜਿਹਾ ਵਿਅਕਤੀ ਆ ਜਾਂਦਾ, ਉਹੀ ਵਿਅਕਤੀ ਜਿਹਦਾ ਇਹਨੇ ਜਵਾਨੀ ਦੇ ਵਿੱਚ ਕਤਲ ਕੀਤਾ ਹੁੰਦਾ, ਜਿਹਨੂੰ ਇਹਨੇ ਕਤਲ ਕਰਕੇ ਖੂਹ 'ਚ ਸਿੱਟਿਆ ਹੁੰਦਾ, ਜਿਸ ਕਤਲ ਦੇ ਇਲਜ਼ਾਮ ਤੋਂ ਡਰਦਾ ਹੋਇਆ ਸ਼ਹਿਰ ਆ ਕੇ ਝੂਠ ਮੂਠ ਦਾ ਐਸਟਰੋਲੋਜਰ ਬਣ ਜਾਂਦਾ, ਅਤੇ ਉਹਦੇ ਕੋਲ ਰਾਤ ਪੈ ਰਹੀ ਹੁੰਦੀ ਹੈ, ਹਨੇਰਾ ਪਸਰ ਰਿਹਾ ਹੁੰਦਾ। ਇੱਕ ਵਿਅਕਤੀ ਆਉਂਦਾ, ਉਹ ਆ ਕੇ ਉਹਨੂੰ ਸਵਾਲ ਕਰਦਾ। ਉਹ ਕਹਿੰਦਾ ਕਿ ਮੈਂ ਤੈਨੂੰ ਮੂੰਹ ਮੰਗੇ ਪੈਸੇ ਦੇਵਾਂਗਾ, ਤੂੰ ਮੇਰੇ ਹਰ ਸਵਾਲ ਦਾ ਸਹੀ ਆਨਸਰ ਦੇਵੇਂਗਾ। ਜੇ ਤੂੰ ਮੇਰੇ ਸਵਾਲ ਦਾ ਗਲਤ ਆਨਸਰ ਦੇਵੇਂਗਾ ਤਾਂ ਮੈਂ ਤੇਰੇ ਕੋਲ ਸੂਦ ਸਮੇਤ ਪੈਸੇ ਵਾਪਸ ਲਵਾਂਗਾ। ਉਹ ਕਹਿੰਦਾ ਹਾਂ ਠੀਕ ਹੈ, ਤੂੰ ਮੈਨੂੰ ਸਵਾਲ ਦੱਸ। ਇਵੇਂ ਉਹ ਐਕਚੁਅਲੀ ਉਸ ਐਸਟਰੋਲੋਜਰ ਨੇ ਪਛਾਣ ਲਿਆ ਹੁੰਦਾ ਕਿ ਇਹ ਗੁਰੂ ਨਾਇਕ ਹੈ। ਹੁਣ ਬਟ ਨੈਚੁਰਲ ਹੈ ਕਿ ਉਹ ਜੋ ਸਵਾਲਾਂ ਦੇ ਜਵਾਬ ਦੇਵੇਗਾ ਉਹ ਸਹੀ ਦੇਵੇਗਾ। ਉਹ ਕਹਿੰਦਾ ਠੀਕ ਹੈ, ਮੈਂ ਤੈਨੂੰ ਦੱਸਦਾ। ਆਫਟਰ ਅ ਗੁੱਡ ਡੀਲ ਆਫ ਹੈਗਲਿੰਗ, ਇਸ ਤਰ੍ਹਾਂ ਦੀਆਂ ਜਦੋਂ ਉਹਨਾਂ ਦੀ ਪੈਸੇ ਦੀ ਗੱਲਬਾਤ 'ਤੇ ਸਹਿਮਤੀ ਹੋ ਗਈ, ਐਸਟਰੋਲੋਜਰ ਸੈਡ ਯੂ ਵਰ ਲੈਫਟ ਫਾਰ ਡੈਡ ਐਮ ਰਾਈਟ। ਅਤੇ ਕਹਿੰਦਾ ਤੇਰੇ ਨਾਲ ਬਹੁਤ ਕੁਛ ਮਾੜਾ ਵਾਪਰਿਆ, ਤੈਨੂੰ ਮਰਿਆ ਸਮਝ ਕੇ ਕੋਈ ਛੱਡ ਗਿਆ। ਉਹ ਕਹਿੰਦਾ ਹਾਂ ਟੈਲ ਮੀ ਮੋਰ, ਹੋਰ ਦੱਸੋ ਮੇਰੇ ਬਾਰੇ। ਇਹ ਨਾਈਫ ਹੈਜ਼ ਪਾਸਡ ਥਰੂ ਯੂ ਵੰਸ, ਇੱਕ ਵਾਰ ਤੈਨੂੰ ਚਾਕੂ ਲੱਗਾ ਸੀ, ਸੈਡ ਦਾ ਐਸਟਰੋਲੋਜਰ ਨੇ ਕਿਹਾ। ਗੁੱਡ ਫੈਲੋ, ਕਹਿੰਦਾ ਸੱਚ, ਤੂੰ ਸਹੀ ਕਿਹਾ, ਤੂੰ ਸਹੀ ਕਹਿ ਰਿਹਾ ਹੈ। ਹੀ ਬੇਅਰਡ ਹਿਜ਼ ਚੈਸਟ ਟੂ ਸ਼ੋ ਦਾ ਸਕਾਰ। ਉਹਨੇ ਫਟਾਫਟ ਆਪਣੀ ਛਾਤੀ ਨੂੰ ਨੰਗਾ ਕੀਤਾ ਇਹ ਦਿਖਾਉਣ ਦੇ ਲਈ ਕਿ ਦੇਖ ਮੇਰੇ ਨਿਸ਼ਾਨ ਪਿਆ ਹੋਇਆ। ਵਾਟ ਐਲਸ ਐਂਡ ਦੈਨ ਯੂ ਵਰ ਪੁਸ਼ਡ ਇਨ ਟੂ ਵੈਲ ਨੀਅਰ ਬਾਏ ਇਨ ਦਾ ਫੀਲਡ। ਅਤੇ ਫਿਰ ਤੁਹਾਡੇ ਖੇਤਾਂ ਦੇ ਕੋਲ ਹੀ ਇੱਕ ਖੂਹ ਸੀ, ਖੂਹ ਵਿੱਚ ਤੈਨੂੰ ਉਹ ਬੰਦਾ ਸੁੱਟ ਗਿਆ। ਯੂ ਵਰ ਲੈਫਟ ਫਾਰ ਡੈਡ, ਤੈਨੂੰ ਮਰਿਆ ਸਮਝ ਕੇ ਸੁੱਟ ਗਿਆ।
I should have been dead if some passerby had not chance to peep into the well. ਜੇ ਕੋਲੋਂ ਲੰਘਣ ਵਾਲਾ ਕੋਈ ਬੰਦਾ ਮੈਨੂੰ ਦੇਖ ਕੇ ਨਾ ਕੱਢਦਾ ਤਾਂ ਸੱਚਮੁੱਚ ਹੀ ਮੈਂ ਖੂਹ 'ਚ ਮਰ ਜਾਣਾ ਸੀ। ਐਕਸਕਲੇਮ ਦਾ ਅਦਰ ਓਵਰਵੈਲਮਡ ਬਾਈ ਐਂਥੂਜ਼ੀਆਜ਼ਮ। ਬੜੇ ਹੀ ਜੋਸ਼ ਦੇ ਨਾਲ ਜਿਹੜਾ ਸੀ ਆਇਆ ਹੋਇਆ ਬੰਦਾ ਉਹਦੇ ਕੋਲ ਆਨਸਰ ਦੇ ਰਿਹਾ ਸੀ। ਵੈਨ ਸ਼ੈਲ ਆਈ ਗੈਟ ਐਟ ਹਿਮ, ਮੈਨੂੰ ਇਹ ਬੰਦਾ ਕਿੱਥੇ ਮਿਲੇਗਾ। ਹੀ ਆਸਡ ਕਲੈਂਚਿੰਗ ਹਿਜ਼ ਫਿਸਟ, ਉਹਨੇ ਆਪਣੀ ਮੁੱਠੀ ਬੰਦ ਕਰਕੇ ਮੁੱਠਾ ਬਣਾਉਂਦੇ ਹੋਏ ਇੱਦਾਂ ਕਿਹਾ ਕਿ ਮੈਂ ਉਹਨੂੰ ਮਾਰਨਾ ਚਾਹੁੰਦਾ, ਬਦਲਾ ਲੈਣਾ ਚਾਹੁੰਦਾ, ਮੈਨੂੰ ਕਿੱਥੇ ਮਿਲੇਗਾ। ਉਹ ਕਹਿੰਦਾ ਇਨ ਦਾ ਨੈਕਸਟ ਵਰਲਡ, ਉਹ ਕਹਿੰਦਾ ਤੈਨੂੰ ਅਗਲੇ ਸੰਸਾਰ 'ਚ ਹੀ ਮਿਲੇਗਾ। ਆਨਸਰਡ ਦਾ ਐਸਟ੍ਰੋਲੋਜਰ, ਹੀ ਡਾਈਡ 4 months ਐਗੋ ਇਨ ਫਾਰ ਆਫ ਟਾਊਨ, ਉਹ ਕਿਸੇ ਕਸਬੇ ਵਿੱਚ ਚਲਾ ਗਿਆ ਸੀ ਅਤੇ ਉਹ 4 ਮਹੀਨੇ ਹੋ ਗਏ ਹਨ, ਉਸ ਦੀ ਮੌਤ ਹੋ ਚੁੱਕੀ ਹੈ। ਯੂ ਵਿਲ ਨੈਵਰ ਸੀ ਐਨੀ ਮੋਰ ਆਫ ਹਿਮ, ਤੈਨੂੰ ਉਹ ਬੰਦਾ ਨਹੀਂ ਮਿਲੇਗਾ। ਦਾ ਅਦਰ ਗਰੋਨਡ ਔਨ ਹੀਅਰਿੰਗ ਇਟ, ਉਹ ਬੰਦਾ ਹੂੰਗਾ ਮਾਰਨ ਲੱਗਾ ਕਿ ਅੱਛਾ। ਐਸਟ੍ਰੋਲੋਜਰ ਪ੍ਰੋਸੀਡਡ, ਐਸਟ੍ਰੋਲੋਜਰ ਨੇ ਕਿਹਾ ਗੁਰੂ ਨਾਇਕ, ਉਹਨੇ ਨਾਂ ਲੈ ਤਾ ਉਹਦਾ। ਉਹ ਬੜਾ ਇੰਪ੍ਰੈਸ ਹੋਇਆ ਵੀ ਮੈਨੂੰ ਤਾਂ ਨਾਂ ਵੀ ਪਤਾ, ਇਹ ਤਾਂ ਜਾਣੀ ਜਾਣ ਪੰਡਤ ਹੈਗਾ। ਯੂ ਨੋ ਮਾਈ ਨੇਮ, ਤੈਨੂੰ ਮੇਰਾ ਨਾਂ ਪਤਾ ਹੈ। ਦਾ ਅਦਰ ਸੈਡ ਟੇਕਨ ਅਬੈਕ, ਉਹ ਪਿੱਛੇ ਨੂੰ ਹੋਇਆ ਤਾਂ ਉਹਨੇ ਕਿਹਾ ਤੈਨੂੰ ਮੇਰਾ ਨਾਂ ਪਤਾ ਹੈ। ਐਜ਼ ਆਈ ਨੋ ਆਲ ਅਦਰ ਥਿੰਗਸ, ਜੇ ਮੈਨੂੰ ਬਾਕੀ ਚੀਜ਼ਾਂ ਪਤਾ ਹੈ ਗੁਰੂ ਨਾਇਕ। ਲਿਸਨ ਕੇਅਰਫੁਲੀ ਟੂ ਵਾਟ ਆਈ ਹੈਵ ਟੂ ਸੇ, ਜੋ ਮੈਂ ਤੈਨੂੰ ਕਹਿੰਦਾ ਹਾਂ ਧਿਆਨ ਨਾਲ ਸੁਣ। ਯੂਅਰ ਵਿਲੇਜ ਇਜ਼ 2 days ਜਰਨੀ ਡਿਊ ਟੂ ਨਾਰਥ ਆਫ ਦਿਸ ਟਾਊਨ, ਇਸ ਸ਼ਹਿਰ ਦੇ ਉੱਤਰ ਪਾਸਿਓਂ ਜੇ ਤੁਰ ਪਵੋ ਤੇ 2 ਦਿਨਾਂ ਬਾਅਦ ਤੇਰੇ ਪਿੰਡ ਪਹੁੰਚਿਆ ਜਾ ਸਕਦਾ ਹੈ। ਟੇਕ ਦਿਸ ਮੈਜਿਕ ਪਾਊਡਰ ਐਂਡ ਬੀ ਗੋਨ, ਇਹ ਮੇਰੇ ਕੋਲੋਂ ਧੂੜੀ ਲੈ ਜਾ ਤੇ ਚਲਾ ਜਾ। ਆਈ ਸੀ ਵੰਸ ਅਗੇਨ ਅ ਗ੍ਰੇਟ ਡੇਂਜਰ ਟੂ ਯੂਅਰ ਲਾਈਫ, ਮੈਨੂੰ ਲੱਗਦਾ ਹੈ ਤੇਰੀ ਜ਼ਿੰਦਗੀ 'ਤੇ ਅਜੇ ਵੀ ਕੋਈ ਖਤਰਾ ਮੰਡਰਾ ਰਿਹਾ ਹੈ। ਇਫ ਯੂ ਗੋ ਐਨੀਵੇਅਰ ਰਨ ਫਰੋਮ ਹੋਮ, ਜੇ ਕਿਤੇ ਹੋਰ ਗਿਆ ਤਾਂ ਉੱਥੋਂ ਭੱਜ ਜਾਵੀਂ। ਹੀ ਟੁੱਕ ਆਊਟ ਅ ਪਿੰਚ ਆਫ ਸੈਕਰਡ ਐਸ਼, ਉਹਨੇ ਇੱਕ ਪਵਿੱਤਰ ਜਿਹੜੀ ਸੀ ਰਾਖ ਉਹ ਕੱਢੀ। ਹੈਲਡ ਇਟ ਟੂ ਹਿਮ, ਉਸ ਨੂੰ ਦਿੱਤੀ। ਰਬ ਇਟ ਔਨ ਯੂਅਰ ਫੋਰਹੈਡ ਐਂਡ ਗੋ ਹੋਮ, ਮੱਥੇ 'ਤੇ ਰਗੜ ਲੈ ਤੇ ਘਰ ਚਲਾ ਜਾ। ਨੈਵਰ ਟਰੈਵਲ ਸਾਊਥਵਰਡ ਅਗੇਨ, ਤੇ ਸਾਊਥ ਦਿਸ਼ਾ ਦੇ ਵਿੱਚ ਦੱਖਣ ਦਿਸ਼ਾ 'ਚ ਮੁੜ ਕੇ ਨਾ ਆਵੀਂ। ਐਂਡ ਯੂ ਵਿਲ ਲਿਵ ਟੂ ਬੀ 100, ਤੂੰ 100 ਸਾਲ ਜੀਵੇਂਗਾ। ਵਾਈ ਸ਼ੁੱਡ ਆਈ ਲੀਵ ਹੋਮ ਅਗੇਨ, ਮੈਂ ਘਰ ਦੁਬਾਰੇ ਕਿਉਂ ਛੱਡਾਂਗਾ। ਦਾ ਅਦਰ ਸੈਡ ਰਿਫਲੈਕਟਿਵਲੀ, ਆਈ ਵਾਜ਼ ਓਨਲੀ ਗੋਇੰਗ ਅਵੇ ਨਾਓ ਐਂਡ ਦੈਨ ਟੂ ਲੁੱਕ ਫॉर ਹਿਮ ਟੂ ਚੋਕ ਆਊਟ ਹਿਜ਼ ਲਾਈਫ ਇਫ ਆਈ ਮੈਟ ਹਿਮ, ਮੈਂ ਚਾਹੁੰਦਾ ਸੀ ਕਿ ਮੈਂ ਉਹਨੂੰ ਖ਼ਤਮ ਕਰ ਦੇਵਾਂ। ਹੀ ਸ਼ੁੱਕ ਹਿਜ਼ ਹੈਡ ਰਿਗਰੈਟਫੁਲੀ, ਹੀ ਹੈਜ਼ ਐਸਕੇਪਡ ਮਾਈ ਹੈਂਡਸ, ਉਹ ਮੇਰੇ ਹੱਥੋਂ ਬਚ ਗਿਆ। ਆਈ ਹੋਪ ਐਟ ਲੀਸਟ ਹੀ ਡਾਈਡ ਐਜ਼ ਹੀ ਡਿਜ਼ਰਵਡ, ਚਲੋ ਸ਼ੁਕਰ ਹੈ ਕਿ ਉਹ ਮਰ ਗਿਆ। ਯੈਸ ਸੈਡ ਦਾ ਐਸਟ੍ਰੋਲੋਜਰ, ਹੀ ਵਾਜ਼ crushed under a lorry, ਕਹਿੰਦਾ ਉਹ ਕਿਸੇ ਗੱਡੀ ਥੱਲੇ ਆ ਗਿਆ ਸੀ। ਦਾ ਅਦਰ looked gratified to hear it, ਬੰਦਾ ਸੁਣ ਕੇ ਖੁਸ਼ ਹੋ ਗਿਆ। ਦਾ ਪਲੇਸ ਵਾਜ਼ ਡਿਜ਼ਰਟਡ ਬਾਈ ਦਾ ਟਾਈਮ ਐਸਟ੍ਰੋਲੋਜਰ ਪਿਕਡ ਅਪ ਹਿਜ਼ ਆਰਟੀਕਲ, ਉਹਨੇ ਆਪਣਾ ਸਾਜੋ ਸਮਾਨ ਇਕੱਠਾ ਕੀਤਾ, ਬੈਗ ਵਿੱਚ ਪਾਇਆ। ਗ੍ਰੀਨ ਸ਼ਾਫਟ ਵਾਜ਼ ਆਲਸੋ ਗੋਨ, ਲੀਵਿੰਗ ਦਾ ਪਲੇਸ ਇਨ ਦਾ ਡਾਰਕਨੈਸ ਐਂਡ ਸਾਇਲੈਂਸ, ਹਨੇਰਾ ਹੋ ਚੁੱਕਾ ਸੀ, ਚੁੱਪ-ਚਾਪ ਛਾ ਗਈ ਸੀ ਤੇ ਉਹ ਘਰ ਨੂੰ ਗਿਆ। ਘਰ ਜਾ ਕੇ ਉਹ ਆਪਣੀ ਵਾਈਫ ਨੂੰ ਕਹਿੰਦਾ ਕਿ ਉਹ ਕੋ ਪੈਸੇ ਲੈ ਲੈਂਦਾ, ਪੈਸੇ ਲੈ ਕੇ ਫਿਰ ਉਹ ਘਰ ਚਲਾ ਜਾਂਦਾ ਤੇ ਘਰ ਜਾ ਕੇ ਉਹ ਕਹਿੰਦਾ ਕਿ ਤੈਨੂੰ ਪਤਾ ਹੈ, ਡੂ ਯੂ ਨੋ ਏ ਗ੍ਰੇਟ ਲੋਡ ਇਜ਼ ਗੋਨ ਫਰੋਮ ਮੀ ਟੂਡੇ, ਅੱਜ ਮੇਰੇ ਤੋਂ ਕਿੰਨਾ ਭਾਰ ਉਤਰ ਗਿਆ ਹੈ। ਆਈ ਥੋਟ ਆਈ ਹੈਡ ਦਾ ਬਲੱਡ ਆਫ ਏ ਮੈਨ ਔਨ ਮਾਈ ਹੈਂਡਸ ਆਲ ਥੀਸ ਈਅਰਸ, ਇਹਨਾਂ ਸਾਲਾਂ 'ਚ ਮੈਂ ਇਹੀ ਸੋਚਦਾ ਰਿਹਾ ਕਿ ਮੇਰੇ ਹੱਥ ਇੱਕ ਖੂਨ ਨਾਲ ਰੰਗੇ ਹੋਏ ਹਨ। ਦੈਟ ਵਾਜ਼ ਦਾ ਰੀਜ਼ਨ ਆਈ ਰੈਨ ਅਵੇ ਫਰੋਮ ਮਾਈ ਹੋਮ, ਇਸੇ ਗੱਲੋਂ ਹੀ ਮੈਂ ਆਪਣੇ ਘਰੋਂ ਭੱਜ ਆਇਆ ਸੀ। ਸੈਟਲਡ ਹੇਅਰ, ਇੱਥੇ ਸੈਟਲ ਹੋ ਗਿਆ ਸੀ। ਮੈਰਿਡ ਯੂ, ਤੇਰੇ ਨਾਲ ਵਿਆਹ ਕਰਾ ਲਿਆ ਸੀ। ਉਹ ਹੀ ਇਜ਼ ਅਲਾਈਵ, ਉਹ ਬੰਦਾ ਤਾਂ ਜਿਉਂਦਾ ਹੈ। ਸ਼ੀ ਗੈਸਪਡ, ਯੂ ਟਰਾਈ ਟੂ ਕਿਲ ਯੈਸ ਇਨ ਆਰ ਵਿਲੇਜ ਵੈਨ ਆਈ ਵਾਜ਼ ਸਿਲੀ ਯੰਗਸਟਰ, ਜਦੋਂ ਮੈਂ ਇੱਕ ਮੂਰਖ ਜਿਹਾ ਜਵਾਨ ਮੁੰਡਾ ਸੀ। ਵੀ ਡਰੈਂਕ ਗੈਂਬਲਡ ਐਂਡ ਕੁਐਲਡ ਬੈਡਲੀ ਵਨ ਡੇ, ਇੱਕ ਦਿਨ ਅਸੀਂ ਲੜ ਪਏ ਬਹੁਤ ਬੁਰੀ ਤਰ੍ਹਾਂ, ਸ਼ਰਾਬ ਪੀ ਕੇ ਤੇ ਜੂਆ ਖੇਡ ਕੇ। ਤੇ ਹੁਣ ਉਹ ਇਸ ਕਰਕੇ ਬਹੁਤ ਖੁਸ਼ ਹੈ ਕਿ ਉਹ ਬੰਦਾ ਜਿਉਂਦਾ ਤੇ ਮੇਰੇ ਤੇ ਕਿਸੇ ਬਲੱਡ ਦਾ ਇਲਜ਼ਾਮ ਨਹੀਂ, ਕਿਸੇ ਦੇ ਖੂਨ ਦਾ ਇਲਜ਼ਾਮ ਨਹੀਂ। ਮੇਰੇ ਹੱਥ ਸਾਫ਼ ਨੇ, ਮੇਰੀ ਆਤਮਾ ਸਾਫ਼ ਹੈ, ਮੈਂ ਕਤਲ ਨਹੀਂ ਕੀਤਾ। ਇਹ ਕਹਾਣੀ ਹੈ ਐਸਟ੍ਰੋਲੋਜਰਸ ਡੇ। ਇਹਦਾ ਪਹਿਲਾ ਕੁਐਸਚਨ ਹੈ ਵਾਟ ਆਰ ਦਾ ਪ੍ਰੋਫੈਸ਼ਨਲ ਇਕੁਇਪਮੈਂਟ। ਉਹ ਤੁਹਾਨੂੰ ਬੇਟਾ ਮੈਂ ਪਹਿਲਾਂ ਹੀ ਦੱਸਿਆ ਕਿ ਡੋਜ਼ਨ ਆਫ ਕਵਰੀ ਸ਼ੈਲਸ, ਸਕੁਅਰ ਪੀਸ ਆਫ ਕਲੋਥਸ ਵਿਦ ਦ ਸਟ੍ਰੇਨ ਚਾਰਟ ਔਨ ਇਟ ਐਂਡ ਅ ਨੋਟਬੁੱਕ। He has no knowledge of astrology, only that is guesswork. Why did he sit, how did he give his face the look of astrologer? ਆਪਣੇ ਚਿਹਰੇ ਨੂੰ ਉਹ ਐਸਟ੍ਰੋਲੋਜਰ ਦੀ ਲੁੱਕ ਕਿਵੇਂ ਦਿੰਦਾ? ਆਪਣੇ ਚਿਹਰੇ ਨੂੰ he marked his forehead with ash and vermilion.
ਉਹ ਆਪਣੇ ਮੱਥੇ ਦੇ ਉੱਤੇ ਸਵਾਹ ਮਲ ਲੈਂਦਾ ਤੇ ਸੰਧੂਰ ਮਲ ਲੈਂਦਾ। ਹੀ ਵੋਰ ਸੈਫਰਨ ਕਲਰ ਟਰਬਨ ਰਾਉਂਡ ਦਾ ਹੈਡ, ਆਪਣੇ ਸਿਰ ਦੇ ਉੱਤੇ ਉਹ ਪੀਲੇ ਰੰਗ ਦੀ ਪੱਗ ਬੰਨ ਲੈਂਦਾ, ਸੈਫਰਨ ਕੇਸਰੀ ਰੰਗ ਦੀ ਪੱਗ ਬੰਨ ਲੈਂਦਾ। ਅਗਲਾ ਕੁਐਸਚਨ ਹੈ ਵੇਅਰ ਡਿਡ ਹੀ ਸਿਟ ਐਵਰੀ ਡੇ, ਹਰ ਰੋਜ਼ ਉਹ ਕਿੱਥੇ ਬਹਿੰਦਾ? ਹੀ ਸੈਟ ਅੰਡਰ ਅ ਟਰੀ ਔਨ ਅ ਪਬਲਿਕ ਰੋਡ। ਅਗਲਾ ਕੁਐਸਚਨ ਹੈਗਾ ਨਾਲ ਹੀ ਵਾਟ ਵਾਰ ਦਾ ਡਿਫਰੈਂਟ ਨੇ Who were the other professionals on the road where the astrologer carried the business? ਜਿੱਥੇ ਐਸਟ੍ਰੋਲੋਜਰ ਆਪਣਾ ਕਾਰੋਬਾਰ ਕਰਦਾ ਉਹਦੇ ਨਾਲ ਹੋਰ ਕੌਣ ਹੁੰਦੇ? ਮੈਡੀਸਿਨ ਸੈਲਰ, ਵੈਂਡਰਸ ਲਾਈਕ ਗਰਾਊਂਡਨਟ ਸੈਲਰ, ਮਜੀਸ਼ੀਅਨ, ਸੈਲਰ ਆਫ ਸਟੋਲਨ ਗੁਡਸ were also there। ਅਗਲਾ ਕੁਐਸਚਨ ਹੈਗਾ ਤੁਹਾਡਾ 5th ਕੁਐਸਚਨ what were the different names given by the vendor to a fried groundnut to his groundnuts? पहले दिन कहता बॉम्बे आइसक्रीम, दैन डेली एलिमेंट्स, दैन राजाज डेलीकेसीज। अगला क्वेश्चन है वट वर द सोर्स ऑफ लाइट यूज्ड बाय द एस्ट्रोलॉजर ड्यूरिंग द ईवनिंग आवर्स? शाम नूं वो किहड़ी रोशनी की वरतों करदा? वो ग्राउंड नट सैलर की जिहड़ी लैंप सी ਉਹਦੇ ਤੋਂ ਜਿਹੜੀ ਲਾਈਟ ਆਉਂਦੀ ਸੀ। द लाइट फ्रॉम ग्राउंडनट सैलर्स लैंप is used by astrologer। How does Narayan describe astrologer's knowledge of astronomy? He has no knowledge of astronomy, that was only guesswork। ਜਿੱਦਾਂ ਕਹਾਣੀ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ he asked 10 questions from a person, he gave 10 minutes to a person and he do say speak all about your problems। How would the astrologer have done if he had continued to live in old village? He must be a farmer। How could the astrologer guess his client's problem? It was general problems of daily routine, the problem with the relatives, the problem with the persons, the problem of money, etc। What was the challenge thrown by the client to the astrologer? Say me the truth, tell me the truth, it was the challenge। Tell me about my murderer, the person who tried to murder me। How could the astrologer rightly guess the past of the client? He recognized him that he was Guru Nanak। What did the astrologer tell his wife? That I am clean now, my hands are not filled with blood now, now I am no more culprit, I'm perfect and peaceful person। It was your lesson। Thank you very much। Subscribe my channel।